ਕਿਸਾਨਾਂ ਦੀ ਆਪਦਾ ਦੇ ਵਿੱਚ ਸਾਰੇ ਜਣੇ ਸੇਵਾ ਕਰ ਰਹੇ ਆ ਤੇ ਨੋਟਿਸ ਭੇਜ ਕੇ ਕੀ ਕਹਿਣਾ ਚਾਹੁੰਦੇ, ਕੀ ਸਾਬਿਤ ਕਰਨਾ ਚਾਹੁੰਦੀ ਹੈ NIA। ਕਾਂਗਰਸ ਸਰਕਾਰ ਨੇ ਇੰਦਰਾ ਦੇ ਵੇਲੇ ਵੀ ਇਦਾਂ ਹੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਐਮਰਜੈਂਸੀ, ਤੇ ਉਦੋਂ ਯਾਦ ਕਰਨ ਮੋਦੀ ਸਾਹਿਬ ਇਹ ਪੰਜਾਬ ਦੀ ਧਰਤੀ ਦੇ ਵਿੱਚ ਲੋਕ ਬੈਠੇ ਸੀ ਤੇ ਅੱਜ ਉਹ ਪੰਜਾਬੀਆਂ ਨਾਲ ਪੰਗਾ ਨਾ ਲੈਣ। ਇਹ ਲੋਕ ਨਾ ਤਾਂ ਕਿਸੇ ਦਾ ਹੱਕ ਮਾਰਦੇ ਤੇ ਨਾ ਆਪਣਾ ਹੱਕ ਛੱਡਦੇ। ਚੁੱਪ ਚਪੀਤੇ ਇਹ ਕਾਨੂੰਨ ਰੱਦ ਕੀਤੇ ਜਾਣ, ਇਹਦੇ 'ਚ ਕੋਈ ਉਹਨਾਂ ਦੀ ਸ਼ਾਨ ਨਹੀਂ ਘਟ ਜਾਣੀ। किसान विरोधी किसान विरोधी बीजेपी सरकार मुर्दाबाद, अन्नी सरकार मुर्दाबाद, मोदी सरकार मुर्दाबाद। ਅੱਜ ਯੂਥ ਅਕਾਲੀ ਦਲ ਵੱਲੋਂ DC ਦਫ਼ਤਰ ਦੇ ਬਾਹਰ NIA ਦੇ ਖਿਲਾਫ ਰੋਡ ਪ੍ਰਦਰਸ਼ਨ ਕੀਤਾ ਗਿਆ। ਸਾਡੇ ਨਾਲ ਗੁਰਦੀਪ ਸਿੰਘ ਗੋਸ਼ਾ ਮੌਜੂਦ ਨੇ, ਯੂਥ ਅਕਾਲੀ ਦਲ ਦੇ ਪ੍ਰਧਾਨ। ਇਹਨਾਂ ਵੱਲੋਂ ਰੋਡ ਪ੍ਰਦਰਸ਼ਨ ਕੀਤਾ ਗਿਆ। ਸਰ, NIA ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹੋ? ਉਹਦਾ ਕਾਰਨ ਇਹ ਹੈ ਜੀ, NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇੱਕ ਪੈਰਲਲ ਏਜੰਸੀ ਹੁੰਦੀ ਹੈ। ਕਿਸੇ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਸ਼ੱਕ ਦੇ ਕੋਈ ਦਾਇਰੇ 'ਚ ਆਉਂਦੇ ਤੇ ਉਹਨੂੰ ਬੁਲਾਉਂਦੀ ਹੈ। ਪਰ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਹੱਥਾਂ 'ਚ ਖੜਾ ਰਹੀ ਆ। ਇਸ ਤੋਂ ਪਹਿਲਾਂ ਕਾਂਗਰਸ ਵੀ ਹੱਥਾਂ 'ਚ ਖੜਾਉਂਦੀ ਹੈ ਇਹੋ ਜਿਹੀ ਏਜੰਸੀਆਂ ਨੂੰ, ਤੇ ਉਹਦਾ ਸਿੱਟਾ ਕੀ ਨਿਕਲਦਾ, ਕਿਉਂਕਿ 100% ਜਿਹੜੇ ਕੇਸ ਹੁੰਦੇ ਆ ਤੇ 90% ਝੂਠ ਪਾਏ ਜਾਂਦੇ ਆ। ਉਹ ਸਾਬਿਤ ਨਹੀਂ ਕਰ ਪਾਉਂਦੇ ਜਦੋਂ ਕੋਰਟ ਦੀ ਕਚਹਿਰੀਆਂ ਦੇ ਦਲੀਜਾਂ 'ਤੇ ਪਹੁੰਚਦੇ ਆ। ਤੇ ਮੈਂ ਸਮਝਦਾ ਜਿਹੜੇ ਕਿਸਾਨ ਅੱਜ ਹੱਕਾਂ ਦੀ ਲੜਾਈ ਲੜ ਰਹੇ ਆ ਉਹਨਾਂ ਨੂੰ ਤਾਰ ਪਿੰਡੋ ਕਰਨ ਵਾਸਤੇ ਇੱਕ ਡਰਾਮੇਬਾਜ਼ੀ ਕੀਤੀ ਹੈ। NIA ਵੱਲੋਂ ਡਰ ਪਾਇਆ ਗਿਆ। ਨਾ ਤਾਂ ਪੰਜਾਬੀ ਪਹਿਲਾਂ ਡਰੇ ਆ ਤੇ ਨਾ ਹੁਣ ਡਰਾਂਗੇ ਤੇ ਨਾ ਅੱਗੋਂ ਡਰਾਂਗੇ। ਪਰ ਜਿਹੜੇ ਲੋਕ ਮੈਂ ਸਮਝਦਾ ਕਿ ਜਦੋਂ ਆਪਦਾ ਆਉਂਦੀ ਹੈ ਦੁਨੀਆ ਦੇ ਵਿੱਚ, ਇਹ ਲੋਕ ਸੇਵਾ ਕਰਨ ਭੱਜ ਪੈਂਦੇ ਆ। ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਆ ਪੰਜਾਬੀ, ਉਹ ਆਪਣੀ ਸੇਵਾ ਵੱਲ ਭੱਜ ਪੈਂਦੇ ਆ। ਜੇ ਗੁਜਰਾਤ 'ਚ ਭੁਚਾਲ ਆਇਆ ਸੀ ਤਾਂ ਅਸੀਂ ਭੱਜ ਕੇ ਉੱਥੇ ਪਹੁੰਚ ਗਏ। ਜੇ ਇੰਡੀਆ ਦੇ ਕਿਸੇ ਕੋਨੇ 'ਚ ਆਪਦਾ ਆਉਂਦੀ ਅਸੀਂ ਭੱਜ ਜਾਂਦੇ ਆ। ਪਰ ਅੱਜ ਕਿਸਾਨਾਂ ਨੂੰ ਜਦੋਂ ਆਪਦਾ ਸੀਗੀ ਤੇ ਅਸੀਂ ਕਿਸਾਨਾਂ ਦੀ ਆਪਦਾ ਦੇ ਵਿੱਚ ਸਾਰੇ ਜਣੇ ਸੇਵਾ ਕਰ ਰਹੇ ਆ ਤੇ ਨੋਟਿਸ ਭੇਜ ਕੇ ਕੀ ਕਹਿਣਾ ਚਾਹੁੰਦੇ, ਕੀ ਸਾਬਿਤ ਕਰਨਾ ਚਾਹੁੰਦੀ ਹੈ NIA। ਤੇ ਮੈਂ ਸਮਝਦਾ ਕਿ ਉਹਨਾਂ ਦੀ ਕ੍ਰੈਡੀਬਿਲਿਟੀ 'ਚ ਇੱਕ ਸ਼ੱਕ ਪੈ ਰਿਹਾ ਕਿ NIA ਇੱਕ ਕਿਸਾਨਾਂ ਨਾਲ ਧੱਕਾ ਕਰੇ। ਤੇ ਮੈਂ ਸਮਝਦਾ ਅੱਜ ਕਿਸਾਨਾਂ ਨਾਲ ਸਮੁੱਚੀ ਦੁਨੀਆ ਖੜੀ ਆ। ਇਹ ਅੱਜ ਨਾ ਹਿੰਦੂ ਦੀ ਲੜਾਈ ਹੈ, ਨਾ ਸਿੱਖ ਦੀ ਹੈ, ਨਾ ਮੁਸਲਮਾਨ ਦੀ, ਈਸਾਈ ਦੀ ਹੈ, ਨਾ ਕਿਸੇ ਦੀ ਕੁਰਸੀ ਦੀ ਲੜਾਈ ਹੈ। ਤੇ ਇਹ ਲੜਾਈ ਅੱਜ ਕਿਸਾਨਾਂ ਦੇ ਹੱਕਾਂ ਦੀ ਲੜਾਈ ਆ। ਕਿਉਂਕਿ ਜਿਹੜੇ ਕਹਿੰਦੇ ਵੀ ਕਾਨੂੰਨ ਵੈਲਫੇਅਰ ਵਾਸਤੇ ਬਣਾਏ ਆ, 30-40 ਸਾਲ ਬਾਅਦ ਤਾਂ ਅਮੈਂਡਮੈਂਟਾਂ ਸੁਣੀਆਂ ਸੀ ਵੀ ਕਾਨੂੰਨ ਜਦੋਂ ਦੁਨੀਆ ਚੇਂਜ ਹੁੰਦੀ ਹੈ ਥੋੜ੍ਹਾ ਜਿਹਾ ਚੇਂਜ ਕਰਨੇ ਪੈਂਦੇ, ਅਮੈਂਡਮੈਂਟਾਂ ਕਰਨੀਆਂ ਪੈਂਦੀਆਂ। ਤੇ ਹੁਣ ਇਹ ਅਮੈਂਡਮੈਂਟਾਂ ਨੂੰ ਮੰਨ ਕੇ ਫਿਰ 1.5 ਸਾਲ ਕਾਨੂੰਨ ਰੋਕਣ ਦੀ ਗੱਲ ਕਰਤੀ ਵੀ ਕਾਨੂੰਨ ਰੋਕਦੇ ਨੇ ਤੇ ਅੱਗੋਂ ਇੱਕ ਬਣਾ ਦਿੰਦੇ ਇੱਕ ਸੁਸਾਇਟੀ ਤਾਂ ਜੋ ਉਹਦੇ ਹੱਲ ਕੀਤੇ ਜਾ ਸਕਣ। ਤੇ ਫਿਰ ਮੈਂ ਇਹੀ ਕਹਿੰਦਾ ਭਾਰਤੀ ਜਨਤਾ ਪਾਰਟੀ ਨੂੰ ਕਿ ਇੱਦਾਂ ਦੇ ਨੋਟਿਸ ਭੇਜ ਕੇ ਡਰਾਇਆ ਨਾ ਜਾਵੇ। ਇਹ ਕੌਮ ਡਰਨ ਵਾਲੀ ਨਹੀਂ ਹੈ। ਤੁਹਾਨੂੰ ਕੀ ਲੱਗਦਾ ਇਸ ਪ੍ਰਦਰਸ਼ਨ ਨਾਲ ਕਿਸ 'ਤੇ ਪ੍ਰਭਾਵ ਪਵੇਗਾ? ਕੇਂਦਰ ਸਰਕਾਰ 'ਤੇ ਪ੍ਰਭਾਵ ਪਵੇਗਾ? ਬਿਲਕੁਲ ਜੀ, ਕੇਂਦਰ ਸਰਕਾਰ 'ਤੇ ਪ੍ਰਭਾਵ ਪਊਗਾ। ਤੇ ਅਜੇ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਐਡੇ ਲੰਬੇ 55 ਦਿਨ ਤੋਂ ਉੱਤੇ ਹੋ ਚੁੱਕੇ, 100 ਤੋਂ ਵੱਧ ਸ਼ਹਾਦਤਾਂ ਹੋ ਚੁੱਕੀਆਂ। ਤੇ ਪ੍ਰਦਰਸ਼ਨ ਦੇ ਕਰਕੇ ਹੀ ਅੱਜ ਬੈਠੇ ਨਾ, ਬਾਰ-ਬਾਰ ਮੀਟਿੰਗਾਂ ਕਰਦੇ ਆ। 11ਵਾਂ ਮੀਟਿੰਗਾਂ 10 ਮੀਟਿੰਗਾਂ ਇਹਨਾਂ ਨਾਲ ਹੋ ਚੁੱਕੀਆਂ, ਆਫੀਸ਼ਲੀ 11ਵੀਂ ਅਮਿਤ ਸ਼ਾਹ ਨਾਲ ਹੋ ਚੁੱਕੀ ਹੈ। ਤੇ ਅੱਜ ਉਹ ਆਪ ਮੰਨਦੇ ਆ ਕਿ ਅਸੀਂ ਕਾਨੂੰਨ ਕਾਰਪੋਰੇਟ ਘਰਾਣੇ ਵਾਸਤੇ ਬਣਾਏ ਆ ਤੇ ਇਹ ਗਲਤ ਹੈ। ਤੇ ਜੇ ਗਲਤ ਹੈ ਤਾਂ ਹੀ ਅਮੈਂਡਮੈਂਟ ਕਰਨ ਨੂੰ ਤਿਆਰ ਹੋਏ ਨਾ, ਤਾਂ ਹੀ ਇਹ 1.5 ਸਾਲ ਵਾਸਤੇ ਰੱਦ ਕਰਨ ਨੂੰ ਤਿਆਰ ਹੋਏ। ਤੇ ਮੈਂ ਇਹ ਕਹਾਂਗਾ, ਕਹਿੰਦੇ ਖਾਲੀ ਡੱਬਾ ਸਾਡਾ ਪਿਆ ਤੇ ਉਹਦੇ ਵਿੱਚ ਤੁਸੀਂ ਆਪਣਾ ਜੋ ਮਰਜ਼ੀ ਲਿਖ ਦਿਓ। ਤੇ ਖਾਲੀ ਡੱਬਾ ਰੱਖਣਾ ਹੀ ਕਿਉਂ ਹੈ? ਇੱਦਾਂ ਦੇ ਘਟੀਆ ਆਪਾਂ ਕੰਮ ਕਰਨੇ ਹੀ ਕਿਉਂ ਹੈ ਜਿਹਦੇ ਨਾਲ ਲੋਕ ਅਗਰੈਸਿਵ ਹੋਣ? ਅੱਜ ਕਿਸਾਨ ਤਾਂ ਚੁੱਪ ਕਰਕੇ ਬੈਠਾ ਸੀ। ਕਿਸਾਨ ਤਾਂ ਆਪਣੀਆਂ ਉਹ ਦੂਜੀਆਂ ਮੰਗਾਂ ਵਾਸਤੇ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਸਾਡੇ ਕਰਜ਼ੇ ਮਾਫ ਹੋਣ, ਸਾਡੀ ਆਹ ਚੀਜ਼ਾਂ ਹੋਣ, ਸਾਡੀਆਂ ਰੇਟ MSP ਵਧਾਈ ਜਾਵੇ। ਪਰ ਉਲਟਾ ਉਹਨਾਂ ਨੇ ਵਧਾਉਣਾ ਕੀ ਸੀਗਾ, ਪ੍ਰਾਈਵੇਟ ਕਰਨ ਦੀ ਸਾਰੀ ਕੋਸ਼ਿਸ਼ ਕੀਤੀ ਹੈ। ਤੇ ਇਹ ਜੱਗ ਜ਼ਾਹਿਰ ਹੁਣ ਹੋ ਚੁੱਕੀ ਆ ਤੇ ਹੁਣ ਲੋਕ ਨਹੀਂ ਮੰਨਦੇ। ਹੁਣ ਕਿਸਾਨਾਂ ਦੀ ਜਿੱਤ ਕੇ ਵਾਪਸ ਆਉਣਗੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ। ਤੁਸੀਂ NIA ਦੀ ਗੱਲ ਕਰ ਰਹੇ ਹੋ। ਜਿਹੜੇ ਖੇਤੀਬਾੜੀ ਮੰਤਰੀ ਆ ਉਹ ਕਹਿੰਦੇ ਕਿ ਜਿਹੜੇ ਬੇਕਸੂਰ ਆ, ਉਹਨਾਂ ਜਿਹੜੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਨੋਟਿਸ ਭੇਜਿਆ ਗਿਆ, ਜੇ ਉਹ ਬੇਕਸੂਰ ਹੈਗੇ ਨੇ, ਉਹਨਾਂ ਤੋਂ ਮਤਲਬ ਕੋਈ ਦਿੱਕਤ ਨਹੀਂ ਆਊਗੀ ਇਸ ਚੀਜ਼ ਦੀ। ਸਾਨੂੰ ਡਰ ਨਹੀਂ ਹੈਗਾ। ਇਹ ਸਮਝਦੇ ਵੀ ਡਰਾ ਲੈਣਗੇ। ਇੱਕ ਉਹਨਾਂ ਨੇ ਕੇਸ ਤਾਂ ਕਿਸੇ ਹੋਰ 'ਤੇ ਕੀਤਾ ਹੋਇਆ, ਇਹ ਤਾਂ ਐਜ਼ ਏ ਗਵਾਹ ਸਮਨਿੰਗ ਕੀਤੀ ਹੈ। ਤੇ ਸਾਨੂੰ ਡਰ ਨਹੀਂ, ਸਾਨੂੰ ਹੋਰ ਭੇਜ ਦੇਣ। 150 ਨੋਟਿਸ ਅੱਜ ਆ ਚੁੱਕੇ ਆ, 150 ਤੇ 1.5 ਲੱਖ ਵੀ ਭੇਜ ਦੇਣ, ਸਾਨੂੰ ਕੋਈ ਫਰਕ ਨਹੀਂ। ਦੂਸਰੇ ਪਾਸੇ ਦੇਖ ਲਓ, UP ਸਰਕਾਰ ਨੇ ਕੀਤਾ 149 ਦੇ ਐਕਟ ਦੇ ਅਧੀਨ ਸਾਰੇ ਪਿੰਡਾਂ ਦੇ ਵਿੱਚ 50-50 ਨੋਟਿਸ ਕੱਢਦੇ ਆ ਕਿ ਆਪਣੀ ਜ਼ਮਾਨਤ ਕਰਾਓ 5-5 ਲੱਖ ਰੁਪਏ ਦਾ। ਦੇਖੋ ਮੂੰਹ ਚਲਦਾ ਦਰਜ ਕਰਾਓ। ਤੇ ਉਹਦੀ ਇਸ ਤੋਂ ਘਟੀਆ ਭਾਰਤੀ ਜਨਤਾ ਪਾਰਟੀ ਦੀ ਕੀ ਹੋ ਸਕਦੀ ਜੇ ਅੱਜ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਇੰਦਰਾ ਦੇ ਵੇਲੇ ਵੀ ਇਦਾਂ ਹੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਐਮਰਜੈਂਸੀ। ਤੇ ਉਦੋਂ ਯਾਦ ਕਰਨ ਮੋਦੀ ਸਾਹਿਬ ਇਹ ਪੰਜਾਬ ਦੀ ਧਰਤੀ ਦੇ ਵਿੱਚ ਲੋਕ ਬੈਠੇ ਸੀ ਤੇ ਅੱਜ ਉਹ ਪੰਜਾਬੀਆਂ ਨਾਲ ਪੰਗਾ ਨਾ ਲੈਣ। ਇਹ ਲੋਕ ਨਾ ਤਾਂ ਕਿਸੇ ਦਾ ਹੱਕ ਮਾਰਦੇ ਤੇ ਨਾ ਆਪਣਾ ਹੱਕ ਛੱਡਦੇ। ਤੁਹਾਨੂੰ ਕੀ ਲੱਗਦਾ ਕੱਲ੍ਹ ਮੀਟਿੰਗ ਦੇ ਵਿੱਚ ਵੀ ਮੁੱਦਾ ਰੱਖਿਆ ਗਿਆ ਸੀਗਾ, NIA ਵਾਲਾ ਮੁੱਦਾ ਰੱਖਿਆ ਗਿਆ ਸੀਗਾ, ਉਸ ਦੇ ਵਿੱਚ ਵੀ ਜਦੋਂ ਮੁੱਦੇ ਦੀ ਗੱਲ ਹੋ ਰਹੀ ਸੀ, ਜਿਹੜੇ ਕਿਸਾਨ ਆਗੂ ਕਹਿ ਰਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਇਸ ਨੂੰ ਅਸੀਂ ਨੋਟਿਸ ਵਾਪਸ ਲੈਣ। ਤੁਹਾਨੂੰ ਕੀ ਲੱਗਦਾ ਨੋਟਿਸ ਵਾਪਸ ਹੋਣਗੇ ਜਾਂ ਗੱਲਾਂ ਹੀ ਆ? ਫਿਰ ਦੇਖੋ, ਨੋਟਿਸ ਵਾਪਸ ਹੋਣ ਦੀ ਉਹ ਆਪ ਕਹਿੰਦੇ ਵੀ ਅਸੀਂ ਕਰ ਲਾਂਗੇ। ਇਹਦਾ ਮਤਲਬ ਤਾਂ ਉਹ ਏਜੰਸੀ ਲੱਗਣਾ ਨਾ ਹੋਈ, ਫਿਰ ਉਹਨਾਂ ਦੇ ਹੱਥਾਂ 'ਚ ਖੇਡਦੀ ਹੋਈ ਹੈ ਨਾ। ਤੇ ਇਹ ਤਾਂ ਕ੍ਰੈਡੀਬਿਲਿਟੀ ਉਹਨਾਂ ਦੀ ਘਟੀ, ਸਾਡੀ ਤਾਂ ਨਹੀਂ ਕਿ ਘਟੀ। ਤੇ ਜੇ ਇੱਦਾਂ ਹੀ ਕ੍ਰੈਡੀਬਿਲਿਟੀ ਘਟਦੀ ਰਹੂਗੀ ਤੇ ਨਿਆਂ ਦੇ ਵਿੱਚ ਵਿਸ਼ਵਾਸ ਉੱਠ ਜੂਗਾ ਲੋਕਾਂ ਦਾ। ਵਾਪਸ ਨੋਟਿਸ ਉਹ ਲੈਣ, ਕਿਉਂਕਿ ਉਹਨਾਂ ਦੀ ਨੀਅਤ ਹਮੇਸ਼ਾ ਹੀ ਮਾੜੀ ਰਹੀ ਹੈ। ਵਾਪਸ ਲੈਣ ਨਾ ਲੈਣ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਹਰ ਜਾਂਚ ਲਈ ਤਿਆਰ ਆ। ਪਰ ਅੱਜ ਦੇ ਟਾਈਮ ਉਹਨਾਂ ਨੂੰ ਇੱਦਾਂ ਦੇ ਨੋਟਿਸ ਭੇਜ ਕੇ ਕਿਸਾਨਾਂ ਦੇ ਮੋਰਚੇ ਨੂੰ ਤਾਰ ਪਿੰਡੋਂ ਨਹੀਂ ਕਰਨਾ ਚਾਹੀਦਾ। ਇਹ
ਜਵਾਬਦੇਹੀ ਇਹਨਾਂ ਦੀ ਬੜੀ ਔਖੀ ਹੋਊਗੀ। ਜੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦੀ ਜ਼ਿੰਮੇਵਾਰ ਭਾਰਤੀ ਜਨਤਾ ਪਾਰਟੀ ਹੋਊਗੀ। ਹਾਲਾਂਕਿ ਕੱਲ ਦੀ ਮੀਟਿੰਗ ਵਿੱਚ ਇੱਕ ਪ੍ਰਸਤਾਵ ਵੀ ਰੱਖਿਆ ਕਿ 2 ਸਾਲ ਲਈ ਸਸਪੈਂਡ ਕਰਨ ਦੀ ਗੱਲ ਕੀਤੀ ਗਈ ਹੈ। ਅੱਜ ਕਿਸਾਨਾਂ ਦੀ ਆਪਸ ਦੇ ਵਿੱਚ ਵੀ ਮੀਟਿੰਗ, ਜਥੇਬੰਦੀਆਂ ਦੀ ਮੀਟਿੰਗ ਹੈ। ਤੁਹਾਨੂੰ ਕੀ ਲੱਗਦਾ ਇਹ ਪ੍ਰਸਤਾਵ ਮੰਨਣਗੀਆਂ ਜਥੇਬੰਦੀਆਂ ਅੱਜ? ਲਖਵਿੰਦਰ ਜੀ, ਮੈਂ ਉਹੀ ਕਹਿਣਾ ਵੀ ਖਾਲੀ ਡੱਬਾ ਕਹਿੰਦੇ ਰੱਖ ਲਓ, ਅਸੀਂ 1.5 ਸਾਲ ਵਾਸਤੇ ਰੱਖ ਲੈਂਦੇ। ਖਾਲੀ ਡੱਬਾ ਰੱਖਣਾ ਹੀ ਕਿਉਂ ਹੈ? ਕੀ ਕਾਰਪੋਰੇਟ ਘਰਾਣਿਆਂ ਨੂੰ ਮਾੜਾ ਜਿਹਾ ਖੁਸ਼ ਕਰਨਾ ਚਾਹੁੰਦੇ? ਅੱਜ ਮੋਦੀ ਸਾਹਿਬ ਮਨ ਕੀ ਬਾਤ ਬੜਾ ਕਹਿੰਦੇ ਆਪਣੀ। ਮੈਂ ਆਪਣੀ ਮਨ ਦੀ ਬਾਤ ਕਹਾਂ ਵੀ ਗੋਸ਼ਾ ਆਪਣੀ ਮਨ ਦੀ ਗੱਲ ਕਹਿ ਰਿਹਾ। ਆਪਣੇ ਮਨ ਦੀ ਗੱਲ ਤਾਂ ਸਾਰੇ ਕਹਿ ਲੈਣਗੇ। ਗੱਲ ਤਾਂ ਮੈਂ ਤੁਹਾਡੇ ਮਨ ਦੀ ਗੱਲ ਸੁਣਾ, ਲੋਕਾਂ ਦੇ ਗੱਲ ਦੇ ਮਨ ਦੀ ਸੁਣਾ। ਅੱਜ ਲੋਕਾਂ ਦੀ ਮਨ ਦੀ ਸੁਣਨ ਦੀ ਜ਼ਰੂਰਤ ਹੈ। ਅੱਜ ਇੱਕ ਚੁੱਪ ਚਪੀਤੇ ਇਹ ਕਾਨੂੰਨ ਰੱਦ ਕੀਤੇ ਜਾਣ। ਇਹਦੇ 'ਚ ਕੋਈ ਉਹਨਾਂ ਦੀ ਸ਼ਾਨ ਨਹੀਂ ਘਟ ਜਾਣੀ। ਫਿਰ ਕੀ ਹੋਇਆ? ਗਲਤ ਸਟੈਪ ਕਈ ਵਾਰੀ ਬੰਦਾ ਲੈ ਲੈਂਦਾ। ਅੱਜ ਕਾਨੂੰਨ ਰੱਦ ਕਰ ਲੈਣ। ਕਾਨੂੰਨ ਰੱਦ ਹੋ ਕੇ ਨਵੀਂ ਇੱਕ ਕਮੇਟੀ ਬਣਾਈ ਜਾਵੇ ਤਾਂ ਜੋ ਕਿਸੇ ਦੇ ਕਿਸਾਨਾਂ ਦਾ ਵੈਲਫੇਅਰ ਹੋ ਸਕੇ, ਕਿਉਂਕਿ ਕਿਸਾਨ 3 ਲੱਖ ਤੋਂ ਵੱਧ ਸ਼ਹਾਦਤ ਪਾ ਚੁੱਕਾ ਹੈ ਕਿ ਜਦੋਂ ਦੇ 25 ਸਾਲਾਂ ਦੇ ਵਿੱਚ। ਤੇ ਇੰਨੇ ਸ਼ਹਾਦਤਾਂ ਦੇ ਬਾਅਦ ਵੀ ਜੇ ਸਰਕਾਰ ਨਹੀਂ ਜਾਗੂਗੀ ਤਾਂ ਕਦੋਂ ਜਾਗੂਗੀ? ਤੁਹਾਨੂੰ ਕੀ ਲੱਗਦਾ ਜਿਹੜੇ ਕੇਂਦਰ ਸਰਕਾਰ ਨੇ 2 ਸਾਲ ਦਾ ਸਸਪੈਂਡ ਕਰਨ ਦੀ ਗੱਲ ਕੀਤੀ ਆ, ਜਿਹੜਾ ਕਿਸਾਨੀ ਅੰਦੋਲਨ ਖਤਮ ਹੁੰਦੇ ਦੇ ਦੌਰ ਤੇ ਆ ਗਿਆ ਜੀ, ਕੱਲ ਦੀ ਮੀਟਿੰਗ ਕਿੱਦਾਂ ਦੇਖ ਰਹੇ ਹੋ ਕਿ ਨਤੀਜਾ ਨਿਕਲੂਗਾ ਕੋਈ? ਦੇਖੋ, ਕਿਸਾਨਾਂ ਨੇ ਬਹੁਤ ਵੱਡੀ ਇੱਕ ਜੰਗ ਦੀ ਸ਼ੁਰੂਆਤ ਕੀਤੀ ਹੈ ਤੇ ਮੈਂ ਸਮਝਦਾ ਪਹਿਲੀ ਪੌੜੀ ਆਪਾਂ ਜਿੱਤ ਲਈ ਆ। ਜਿਹੜਾ ਉਹ 1.5-2 ਸਾਲ ਵਾਸਤੇ ਕਾਨੂੰਨ ਰੱਦ ਕਰਨ ਦੀ ਗੱਲ ਕਰਦੇ ਆ ਤੇ ਮੈਂ ਕਿਸਾਨਾਂ ਦੇ, ਕਿਉਂਕਿ ਅਸੀਂ ਕਿਸਾਨਾਂ ਦੇ ਪਿੱਛੇ ਆ, ਸਾਡਾ ਆਪਣਾ ਕੋਈ ਬਿਆਨਬਾਜ਼ੀ ਨਹੀਂ ਹੈ। ਜੋ ਕਿਸਾਨ ਕਹਿਣਗੇ ਅਸੀਂ ਉਹਦੇ ਪਿੱਛੇ ਪਹਿਰਾ ਦੇਵਾਂਗੇ। ਕਹਿੰਦੇ ਨਾ ਪਹਿਰਾ ਦੇਵਾਂਗੇ ਠੋਕ ਕੇ, ਉਹਨਾਂ ਦੇ ਪਿੱਛੇ ਪਹਿਰਾ ਦੇਵਾਂਗੇ। ਤੇ ਮੇਰੇ ਖਿਆਲ ਨਾਲ ਕਿ ਕਿਸਾਨਾਂ ਨੇ ਇੱਕੋ ਹੀ ਪਹਿਲੇ ਦਿਨ ਤੋਂ ਇੱਕੋ ਹੀ ਡਰਾਫਟਿੰਗ ਕੀਤੀ ਹੈ, ਇੱਕੋ ਹੀ ਮੰਗ ਕੀਤੀ ਹੈ ਕਿ ਕਾਨੂੰਨ ਰੱਦ ਕੀਤੇ ਜਾਣ ਤੇ ਨਵੇਂ ਕਾਨੂੰਨ ਸਾਡੇ ਹਿਸਾਬ ਨਾਲ ਬਣਾਏ ਜਾਣ। ਤੇ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਜੋ ਕਰਨਗੇ ਅਸੀਂ ਉਹਨਾਂ ਦੇ ਪਿੱਛੇ ਆ। ਅਕਾਲੀ ਦਲ NIA ਦੇ ਮਾਮਲੇ ਨੂੰ ਕੀ ਮੰਗ ਕਰਦੀ ਆ? ਰੱਦ ਕੀਤਾ। DC ਸਾਹਿਬ ਨੂੰ ਮੰਗ ਪੱਤਰ ਇਸੇ ਕਰਕੇ ਦਿੱਤਾ ਕਿ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਲਾ ਸਕਦੇ, ਕਿਉਂਕਿ ਜਦ ਤੱਕ ਆਫੀਸ਼ੀਅਲੀ ਪ੍ਰਧਾਨ ਮੰਤਰੀ ਸਾਡੀਆਂ ਬੇਨਤੀਆਂ ਹੀ ਹੋਣਗੀਆਂ, ਪਰ ਨਾਲ ਚੇਤਾਵਨੀ ਵੀ ਹੈ। ਤੇ ਜੇ ਕੋਈ ਮਾਹੌਲ ਖਰਾਬ ਹੁੰਦਾ ਇਹਦਾ ਜ਼ਿੰਮੇਵਾਰ ਕੌਣ ਹੈ? ਅੱਜ ਆਪਾਂ ਜਾਣ ਬੁੱਝ ਕੇ ਸੇਵਾ ਕਰਨ ਵਾਲਿਆਂ ਨੂੰ ਮਨੁੱਖਤਾ ਦੀ, ਸਾਡੇ ਨਾਲ ਹੀ ਆ ਲੁਧਿਆਣੇ ਤੋਂ ਮਨੁੱਖਤਾ ਦੀ ਸੇਵਾ ਮਿੰਟੂ ਜੀ ਵਿਚਾਰੇ, ਉਹਨਾਂ ਨੇ ਇਹ ਨਹੀਂ ਦੇਖਦੇ ਹਿੰਦੂ ਆ, ਇਹ ਨਹੀਂ ਦੇਖਦੇ ਸਿੱਖ ਆ, ਇਹ ਦੇਖਦੇ ਕਿ ਕੋਈ ਇਨਸਾਨ ਬਿਮਾਰ ਹੈ ਤਾਂ ਉਹਨੂੰ ਚੱਕ ਕੇ ਲੈ ਕੇ ਉਹਦੀ ਸੇਵਾ ਕਰਦੇ ਆ। ਤੇ ਅੱਜ ਜੋ ਲੰਗਰ ਦੀ ਸੇਵਾ ਕਰ ਰਹੇ ਤੇ ਕੀ ਮਾੜਾ ਕਰ ਰਹੇ ਆ। ਤੇ ਅਸੀਂ ਜਾਂਦੇ ਹਾਂ, ਉਹਨਾਂ ਨੂੰ ਮਿਲਦੇ ਹਾਂ ਤੇ ਬੜੇ ਚੰਗੇ ਸੁਭਾਅ ਦੇ ਮਾਲਕ। ਇਹੋ ਜਿਹੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਹੈ ਤੇ ਮੈਂ ਕਹਿੰਦਾ ਮਿੰਟੂ ਜੀ ਬੜੇ ਦਲੇਰ ਬੰਦੇ ਆ ਤੇ ਅਸੀਂ ਵੀ ਉਹਨਾਂ ਦੇ ਨਾਲ ਡਟ ਕੇ ਖੜਾਂਗੇ ਤੇ ਡਟ ਕੇ ਪਹਿਰਾ ਦੇਵਾਂਗੇ। ਤੇ ਇਹ ਨੀਅਤ ਤੇ ਨੀਤੀ BJP ਦੀ ਮਾੜੀ ਹੈ ਤੇ ਮਾੜੀ ਰਹੂਗੀ। ਇਹ ਸਾਡੇ ਨਾਲ ਗੁਰਦੀਪ ਸਿੰਘ ਗੋਸ਼ਾ ਜਿਹੜੇ ਕਿ DC ਦਫ਼ਤਰ ਦੇ ਬਾਹਰ NIA ਦੇ ਮਾਮਲੇ ਨੂੰ ਲੈ ਕੇ DC ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਸੀ। ਹੁਣ ਕੱਲ ਦੀ ਮੀਟਿੰਗ ਵੀ ਰੱਖੀ ਗਈ ਹੈ। ਉਸ ਦੀ ਮੀਟਿੰਗ ਵਿੱਚ ਕੀ ਲੱਗਦਾ ਕਿ ਜਿਹੜੀ ਕੱਲ ਦੀ ਮੀਟਿੰਗ ਉਹਦੇ ਵਿੱਚ ਕੁਝ ਰਿਜ਼ਲਟ ਨਿਕਲੇਗਾ ਜਾਂ ਨਿਕਲੇਗਾ? ਆਉਣ ਵਾਲਾ ਸਮਾਂ ਹੀ ਦੱਸੇਗਾ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।